श्री वाहिगुरु साहिब जी। कच्चों कंचन पायो शब्द गुरु श्रवणै सुनियो। बिखते अमृत होयो नाम सतगुर मुख पणियो। लोहो होयो लाल नदर सतगुर जद तारै। पाहन मानक करे ज्ञान गुर कह्यो विचारै। काठों श्री खंड सतगुर कियो दुख दरिद्र तिनके गए। सतगुर चरण जिन परसिया से पस प्रेत सुर नर पए। सतगुर चरण जिन परसिया से पस प्रेत सुर नर पए। दंडौत बंदन अनक बार सर्व कला समरथ। डोलन ते राखो प्रभु नानक दे कर हथ। वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, सच्चे पातशाह जी दी अपार किरपा बख्शिश रहमत होई कि आप जी निता प्रति संगत विच जुड़दे हो, निता प्रति सच्चे पातशाह जी दी बाणी, सच्चे पातशाह जी दी बख्शिश नूं मान रहे हो। जिद्दां कि गुरमुखां पासों हुक्म होया सी कि अज होले महल्ले दे संबंध दे विच संगत दे नाल सांझ पाई जावे। ते प्यारिओ, सच्चे पातशाह जी दी बख्शिश है कि जदों एक गुरसिख अपनी जिंदगी नूं जिउण दे बारे सोचदा ते ਉਹ ਇਹ ਸੋਚਦਾ ਕਿ ਮੈਂ ਗੁਰੂ ਦੇ ਦੱਸੇ ਮਾਰਗ ਤੇ ਕਿਵੇਂ ਤੁਰ ਸਕਦਾ। how can I live a life as per the command of my guru। ਤੇ ਸੱਚੇ ਪਾਤਸ਼ਾਹ ਜੀ ਉਹਨੂੰ ਜ਼ਿੰਦਗੀ ਵਿੱਚ ਕਿਸੇ ਵੀ ਪੱਖ ਵਿੱਚ ਇਕੱਲਾ ਤੇ ਬੇਸਹਾਰਾ ਨਹੀਂ ਛੱਡਦੇ। ਜਦੋਂ ਮਹਾਰਾਜ ਬਾਣੀ ਦੇ ਵਿੱਚ ਗੱਲ ਕਰਦੇ, ਮਹਾਰਾਜ talks about ਰੁੱਤਾਂ ਦੇ ਬਾਰੇ ਮਹਾਰਾਜ ਗੱਲ ਕਰਦੇ ਆ। ਸੱਚੇ ਪਾਤਸ਼ਾਹ ਮਹੀਨਿਆਂ ਦੇ ਬਾਰੇ ਗੱਲ ਕਰਦੇ ਆ। ਸੱਚੇ ਪਾਤਸ਼ਾਹ ਵਾਰਾਂ ਦੇ ਬਾਰੇ ਗੱਲ ਕਰਦੇ ਆ। ਮਹਾਰਾਜ ਥਿੱਤਾਂ ਦੇ ਬਾਰੇ ਗੱਲ ਕਰਦੇ ਆ। ਫਿਰ ਸੱਚੇ ਪਾਤਸ਼ਾਹ ਜੀ ਘੜੀਆਂ ਦੇ ਬਾਰੇ ਗੱਲ ਕਰਦੇ, ਘੜੀਆਂ ਤੋਂ ਬਾਅਦ ਪਹਿਰਾਂ ਦੇ ਬਾਰੇ ਗੱਲ ਕਰਦੇ ਤੇ ਪਹਿਰਾਂ ਤੋਂ ਫਿਰ ਅੱਗੇ ਚੱਲ ਕੇ ਚੱਸੇ ਤੇ ਪਲ। ਸੋ ਏਦਾਂ ਜਦੋਂ ਸਿੱਖ ਜ਼ਿੰਦਗੀ ਨੂੰ ਜਿਊਣ ਦੇ ਬਾਰੇ ਸੋਚਦਾ, ਉਹਦਾ ਹਰ ਇੱਕ ਵਕਤ ਦਾ ਜਿਹੜਾ ਪ੍ਰਗਟਾਵਾ ਹੈ ਉਹਦੇ ਵਾਸਤੇ ਉਹਦੀ ਅਕਾਊਂਟੇਬਿਲਿਟੀ ਹੈ ਕਿ ਉਹਨੇ ਉਸ ਸਮੇਂ ਨੂੰ ਬਰਬਾਦ ਨਹੀਂ ਕਰਨਾ। ਜੋ ਵੀ ਕਾਰਜ ਉਹ ਕਰ ਰਿਹਾ ਹੈ, ਉਸ ਕਾਰਜ ਦੇ ਵਿੱਚੋਂ ਗੁਰੂ ਦੀ ਝਲਕ ਮਿਲਣੀ ਜ਼ਰੂਰੀ ਹੈ। ਔਰ ਜਿਹੜਾ ਵੀ ਕਾਰਜ ਉਹ ਕਰ ਰਿਹਾ ਹੈ, ਜਿੱਦਾਂ ਆਪਾਂ ਪਹਿਲਾਂ ਵੀ ਆਪ ਜੀ ਦੇ ਨਾਲ ਬੇਨਤੀ ਕੀਤੀ ਸੀ ਕਿ ਉਹ ਸਾਰੇ ਕਾਰਜ ਛੱਡਣੇ ਪੈਣਗੇ ਜੋ ਗੁਰੂ ਤੋਂ ਦੂਰ ਲੈ ਜਾਂਦੇ ਹਨ, ਤੇ ਉਹ ਸਾਰੇ ਕਾਰਜ ਅਪਣਾਉਣੇ ਪੈਣਗੇ ਜਿਹੜੇ ਗੁਰੂ ਦੇ ਨੇੜੇ ਰਹਿ ਜਾਂਦੇ। ਆਪਾਂ ਬਚਨ ਪੜ੍ਹਿਆ ਗੁਰੂ ਅੰਗਦ ਸਾਹਿਬ ਜੀ ਦਾ, ਪਹਿਲਾਂ ਵੀ ਆਪ ਜੀ ਨਾਲ ਬਚਨ ਸਾਂਝੇ ਕੀਤੇ। ਜਲਹੁ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ। ਕਿ ਜਿਹਦੇ ਕਰਕੇ ਮੇਰੀ ਪ੍ਰਮਾਤਮਾ ਦੇ ਘਰ ਵਿੱਚ ਪਤ ਰਹਿ ਜਾਵੇ, ਉਹ ਕਾਰਜ ਸਿੱਖ ਨੂੰ ਕਰਨੇ ਚਾਹੀਦੇ ਨੇ।
ਸੋ ਇਸੇ ਉਪਲਕਸ਼ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਨੇ ਦੇਖਿਆ ਕਿ ਆਮ ਤੌਰ ਤੇ ਜਿਹੜੇ ਲੋਕ ਹਨ ਉਹ ਹੋਲੀ ਦਾ ਤਿਉਹਾਰ ਮਨਾਉਂਦੇ ਹੈ ਤੇ ਇਸ ਦਾ ਇੱਕ ਪੁਰਾਣਕ ਗਾਥਾ ਹੈ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਵੀ ਪ੍ਰਵਾਨਗੀ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਦੇਖੋ ਉਹ ਪ੍ਰਹਿਲਾਦ ਹੈ ਜਿਹੜਾ ਨਿੱਕਾ ਬਾਲਕ ਹੈ ਪਰ ਉਹਦੇ ਅੰਦਰ ਨਾਮ ਦਾ ਸੱਚਾ ਰਸ ਹੋਣ ਕਰਕੇ ਉਹ ਬਾਲਕ ਨਹੀਂ ਰਹਿ ਗਿਆ, ਉਹ ਹੁਣ ਭਗਤ ਬਣ ਗਿਆ ਹੈ। ਤੇ ਭਗਤ ਦੀ ਕੋਈ ਉਮਰ ਨਹੀਂ ਹੁੰਦੀ, ਭਗਤ ਸਭ ਤੋਂ ਸ਼੍ਰੋਮਣੀ ਹੋ ਜਾਂਦਾ। ਸੱਚੇ ਪਾਤਸ਼ਾਹ ਤੇ ਇੱਥੋਂ ਤੱਕ ਬਚਨ ਕਰਦੇ, ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਉਦਾਂ ਜਪਣਾ ਜਿੱਦਾਂ ਪ੍ਰਹਿਲਾਦ ਨੇ ਜਪਿਆ, ਜਿੱਦਾਂ ਭਗਤ ਧਰੂ ਨੇ ਜਪਿਆ। ਕਹਿੰਦੇ ਇਦਾਂ ਦੀ ਜ਼ਿੰਦਗੀ ਵਿੱਚ ਸਿੱਖ ਆਪਣੇ ਮਨ ਵਿੱਚ ਬੈਠ ਕਰਕੇ ਉਸ ਪਰਮਾਤਮਾ ਦੀ ਭਗਤੀ ਕਰੇ। ਪਰ ਇੱਥੇ ਸਮਝਣਯੋਗ ਗੱਲ ਕੀ ਹੈ ਕਿ ਉਹ ਪ੍ਰਹਿਲਾਦ 5.25 ਸਾਲ ਦਾ ਬੱਚਾ, ਉਹਦਾ ਪਿਤਾ ਹੈ ਹਰਨਾਕਸ ਤੇ ਉਸਦੇ ਪਿਤਾ ਨੂੰ ਹੰਕਾਰ ਇਹ ਸੀ ਕਿ ਮੈਂ ਬੜੀ ਭਗਤੀ ਕੀਤੀ, ਬੜਾ ਤਪ ਕੀਤਾ, ਬੜਾ ਘਾਲਣਾ ਘਾਲੀ ਹੈ ਤੇ ਮੈਂ ਇਹ ਵਰ ਲੈ ਲਿਆ ਹੈ ਕਿ ਨਾ ਤੇ ਮੈਂ ਘਰ ਦੇ ਅੰਦਰ ਮਰਾਂ, ਨਾ ਘਰ ਦੇ ਬਾਹਰ ਮਰਾਂ, ਨਾ ਮੈਨੂੰ ਕੋਈ ਇਸਤਰੀ ਮਾਰ ਸਕਦੀ, ਨਾ ਕੋਈ ਪੁਰਖ ਮਾਰ ਸਕਦਾ, ਨਾ ਮੈਂ ਦਿਨ ਵੇਲੇ ਮਰ ਸਕਦਾ, ਨਾ ਮੈਂ ਰਾਤ ਵੇਲੇ ਮਰ ਸਕਦਾ, ਨਾ ਮੈਨੂੰ ਕੋਈ ਅਸਤਰ ਮਾਰ ਸਕਦੇ, ਨਾ ਸ਼ਸਤਰ ਮਾਰ ਸਕਦੇ, ਤੇ ਮੈਂ ਅਮਰ ਹੋ ਜਾਵਾਂਗਾ। ਪਰ ਇਸ ਮੂਰਖਤਾਈ ਵਿੱਚ ਉਸ ਨੂੰ ਪਤਾ ਨਹੀਂ ਸੀ ਕਿ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ ਵਾਲੀ ਬਿਰਤੀ ਉਸ ਵਿੱਚ ਨਹੀਂ ਸੀ। ਤੇ ਆਪਣੀ ਹਉਮੈ ਦੇ ਅਧੀਨ ਉਹ ਆਪਣੇ ਆਪ ਨੂੰ ਪ੍ਰਮਾਤਮਾ ਸਮਝ ਬੈਠਾ ਤੇ ਇਸੇ ਅਧੀਨ ਸਤਿਗੁਰ ਸਾਹਿਬ ਜੀ ਦੀ ਬਾਣੀ ਕਹਿੰਦੀ ਆ ਕਿ ਉਸ ਦੀ ਬਿਰਤੀ ਭਾਵੇਂ ਉਹਨੇ ਜਪ ਕੀਤਾ, ਭਾਵੇਂ ਉਹਨੇ ਘਾਲਣਾ ਘਾਲੀ, ਪਰ ਹੰਕਾਰੀ ਹੋਣ ਕਰਕੇ ਉਹਦੀ ਬਿਰਤੀ ਦੈਤਾਂ ਵਰਗੀ ਹੋ ਗਈ ਸੀ, ਰਾਖਸ਼ਾਂ ਵਾਲੀ ਬਿਰਤੀ ਸੀ। ਪਰ ਉਸ ਦੈਤ ਬਿਰਤੀ ਦੇ ਹਰਨਾਕਸ਼ ਦੇ ਘਰ ਪਰਮਾਤਮਾ ਨੇ ਇੱਕ ਭਗਤ ਭੇਜਿਆ। ਜਿਸ ਤਰ੍ਹਾਂ ਕਿਚੜ ਦੇ ਵਿੱਚ ਕਮਲ ਖਿਲਦਾ ਹੈ, ਕਹਿੰਦੇ ਇਸ ਤਰ੍ਹਾਂ ਉਸ ਦੈਤ ਦੇ ਘਰ ਉਸ ਕਮਲ ਰੂਪ ਭਗਤ ਪ੍ਰਹਿਲਾਦ ਦਾ ਜਨਮ ਹੋਇਆ। ਘਰ ਹਰਨਾਕਸ਼ ਦੈਤ ਦੇ, ਕਲਨਰ ਕਵਲ ਭਗਤ ਪ੍ਰਹਿਲਾਦ, ਕਹਿੰਦੇ ਭਗਤ ਪੈਦਾ ਹੋਇਆ। ਪਰ ਜਦੋਂ ਪ੍ਰਹਿਲਾਦ ਇਸ ਸੰਸਾਰ ਵਿੱਚ ਆਇਆ, ਜੇ ਅਸੀਂ ਪੁਰਾਤਨ ਗ੍ਰੰਥਾਂ ਨੂੰ ਪੜ੍ਹੀਏ ਤੇ ਪ੍ਰਹਿਲਾਦ ਦੀ ਮਾਂ ਨੇ ਬੜੀ ਭਗਤੀ ਕੀਤੀ। ਜਦੋਂ ਪ੍ਰਹਿਲਾਦ ਗਰਭ ਦੇ ਵਿੱਚ ਸੀ, ਉਹਨਾਂ ਬੜੀ ਸੰਗਤ ਕੀਤੀ। ਨਾਰਦ ਜੀ ਦੇ ਘਰ ਬੈਠ ਕੇ ਉਹਨਾਂ ਸਾਰੀ ਰਾਤ ਬੈਠ ਕੇ ਪ੍ਰਮਾਤਮਾ ਦੀ ਉਸਤਤ ਨੂੰ ਸੁਣਨਾ ਗਾਉਣਾ, ਜਿਸ ਕਾਰਨ ਕਰਕੇ ਉਹਨਾਂ ਦੇ ਹਿਰਦੇ ਵਿੱਚ ਜੋ ਬਾਲਕ ਸੀ ਉਹਦੇ ਹਿਰਦੇ ਵਿੱਚ ਨਾਮ ਪ੍ਰਵੇਸ਼ ਕਰ ਗਿਆ। ਬਖਸ਼ਿਸ਼ ਹੋਈ, ਪ੍ਰਹਿਲਾਦ ਦਾ ਜਨਮ ਹੋਇਆ ਤੇ ਉਸ ਬੱਚੇ ਨੇ ਧੁਰ ਅੰਦਰੋਂ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਚਖਿਆ ਤੇ ਉਹਨੂੰ ਹੋਰ ਕੋਈ ਰਸ ਚੰਗਾ ਨਹੀਂ ਸੀ ਲੱਗਦਾ। ਪ੍ਰਹਿਲਾਦ ਚਾਹੁੰਦਾ ਸੀ ਹਰ ਵਕਤ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ, ਪਰ ਉਹਦਾ ਪਿਤਾ ਕਹਿੰਦਾ ਸੀ ਤੂੰ ਪ੍ਰਮਾਤਮਾ ਨੂੰ ਛੱਡ, ਤੇਰਾ ਰੱਬ ਮੈਂ ਹਾਂ, ਤੇਰਾ ਪ੍ਰਮਾਤਮਾ ਮੈਂ ਹਾਂ, ਭੋਜਨ ਤੈਨੂੰ ਮੈਂ ਦਿੰਨਾ, ਰਹਿਣ ਵਾਸਤੇ ਥਾਂ ਤੈਨੂੰ ਮੈਂ ਦਿੱਤੀ, ਕੱਪੜੇ ਤੈਨੂੰ ਮੈਂ ਦਿੱਤੇ, ਸਭ ਕੁਝ ਤੈਨੂੰ ਦੇਣ ਵਾਲਾ ਮੈਂ, ਤੇ ਜੇ ਮੈਂ ਤੈਨੂੰ ਦਿੱਤਾ ਤੇ ਤੇਰਾ ਪ੍ਰਮਾਤਮਾ ਵੀ ਮੈਂ ਹੋਇਆ, ਕੋਈ ਹਰੀ ਨਹੀਂ, ਕੋਈ ਪ੍ਰਮਾਤਮਾ ਨਹੀਂ, ਜੋ ਹਾਂ ਮੈਂ ਹੀ ਹਾਂ। ਪਰ ਇਸ ਬਿਰਤੀ ਨੂੰ ਜਾਣਨਾ ਬੜਾ ਜ਼ਰੂਰੀ ਪਿਆਰਿਓ ਕਿ ਉਸ ਭਗਤ ਨੇ ਉਸ ਰਸ ਨੂੰ ਚਖਿਆ ਸੀ ਜੋ ਆਮ ਕਿਸੇ ਬੰਦੇ ਦੇ ਹਿਰਦੇ 'ਚ ਨਹੀਂ ਉਪਜਦਾ। ਇਸ ਕਾਰਨ ਕਰਕੇ ਇੱਕ ਪਾਸੇ ਭਗਤ ਹੈ ਤੇ ਦੂਜੇ ਪਾਸੇ ਉਹਦਾ ਸਾਰਾ ਸੰਸਾਰ ਜਿਹੜਾ ਉਹਨੂੰ ਕਹਿੰਦਾ ਸੀ ਤੂੰ ਜਿਉਣਾ ਹੈ ਤੇ ਪ੍ਰਮਾਤਮਾ ਦਾ ਨਾਮ ਛੱਡ ਦੇ, ਜੇ ਤੂੰ ਆਪਣੀ ਜ਼ਿੰਦਗੀ ਦੀ ਬਹਾਲੀ ਚਾਹੁੰਦਾ ਤੇ ਕਹਿ ਤੇਰਾ ਪਿਤਾ ਹੀ ਪ੍ਰਮਾਤਮਾ ਹੈ। ਇੱਥੋਂ ਤੱਕ ਉਹਦੇ ਪਿਤਾ ਨੇ ਪ੍ਰਹਿਲਾਦ ਨੂੰ ਪਹਾੜ ਚੋਂ ਥੱਲੇ ਸੁੱਟਣ ਦਾ ਯਤਨ ਕੀਤਾ, ਪਰ ਪ੍ਰਮਾਤਮਾ ਨੇ ਉਹਦੀ ਰਾਖੀ ਉੱਥੇ ਵੀ ਕੀਤੀ। ਇੱਥੋਂ ਤੱਕ ਉਹਨੂੰ ਜਲ ਦੇ ਵਿੱਚ ਡੋਬਣ ਦਾ ਯਤਨ ਕੀਤਾ, ਪਰ ਪ੍ਰਮਾਤਮਾ ਨੇ ਉਹਦੀ ਉੱਥੇ ਵੀ ਰਾਖੀ ਕੀਤੀ। ਇੱਥੋਂ ਤੱਕ ਕਿ ਉਸ ਭਗਤ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਪਰ ਪ੍ਰਮਾਤਮਾ ਨੇ ਉਹਦੀ ਰਾਖੀ ਉੱਥੇ ਵੀ ਕੀਤੀ। ਸੱਚੇ ਪਾਤਸ਼ਾਹ ਜੀ ਇੰਨੇ ਦਿਆਲੂ ਹਨ
कि अपने भगतां दी पैज रखते आपां रोज बचन पढ़दे हां, हर जुग जुग भगत उपाया, पैज रखदा आया राम राजे, हरनाखस दुष्ट हर मारिया, प्रहलाद तराया। उस प्रहलाद दी राखी करन वास्ते परमात्मा जी आए, पर परमात्मा जी ਜਦੋਂ ਉਸ ਭਗਤ ਦੇ ਹਿਰਦੇ ਵਿੱਚ ਪ੍ਰਵੇਸ਼ ਕੀਤਾ ਤੇ ਉਸ ਭਗਤ ਦੇ ਹਿਰਦੇ ਵਿੱਚ ਨਿਰਭੈਤਾ ਆ ਗਈ। ਉਹ ਡਰਿਆ ਨਹੀਂ ਕਿਸੇ ਤੋਂ, ਭਾਵੇਂ ਉਹਦੇ ਪਿਤਾ ਨੇ ਉਹਨੂੰ ਇੱਕ ਕੋਠੜੀ ਦੇ ਵਿੱਚ ਬੰਦ ਕੀਤਾ, ਪਰ ਸੱਚੇ ਪਾਤਸ਼ਾਹ ਬਚਨ ਕਰਦੇ, ਕਹਿੰਦੇ ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ, ਇੱਕ ਕੋਠੜੀ 'ਚ ਬੰਦ ਕੀਤਾ, ਬਾਹਰ ਤਾਲਾ ਲਾ ਦਿੱਤਾ, ਪਰ ਦੇਖੋ ਉਸ ਦੇ ਅੰਦਰ ਦੀ ਦ੍ਰਿੜਤਾ। ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਦਰ ਗੁਰ ਗੋਪਾਲਾ, ਕਹਿੰਦੇ ਮੇਰੇ ਅੰਦਰ ਪ੍ਰਮਾਤਮਾ ਹੈ ਤੇ ਮੈਨੂੰ ਕਿਸੇ ਤੋਂ ਡਰਨ ਦੀ ਲੋੜ ਹੀ ਨਹੀਂ। ਇੱਥੋਂ ਤੱਕ ਉਹਦੇ ਜਿਹੜੇ ਮਿੱਤਰ ਸਨ, ਸਕੂਲ ਦੇ ਵਿੱਚ ਅਧਿਆਪਕ ਸਨ, ਉਹਨਾਂ ਵੀ ਕਿਹਾ ਕਿ ਜੇ ਤੂੰ ਚਾਹੁੰਦਾ ਹੈ ਤੇ ਪ੍ਰਮਾਤਮਾ ਦਾ ਨਾਮ ਜਪਣਾ ਛੱਡ, ਆਪਣੇ ਪਿਤਾ ਦਾ ਨਾਮ ਜਪਿਆ ਕਰ। ਆਪਾਂ ਬਚਨ ਪੜ੍ਹਦੇ ਹਾਂ, ਪ੍ਰਹਿਲਾਦ ਪਠਾਏ ਪੜ੍ਹਨ ਸਾਰ, ਸੰਗ ਸਖਾ ਬਹੁ ਲੀਏ ਬਾਲ। ਉਹਨਾਂ ਬਚਨ ਕਿਹਾ, ਕਹਿੰਦੇ ਬੜੇ ਸਾਰੇ ਮਿੱਤਰ ਪ੍ਰਹਿਲਾਦ ਨੇ ਇਕੱਠੇ ਕਰਕੇ ਉਹਨੇ ਪ੍ਰਮਾਤਮਾ ਦਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਉੱਥੇ ਵੀ ਇੱਥੋਂ ਤੱਕ ਸੰਡੇ ਮਰਕੇ ਕਹਿਓ ਜਾਏ, ਉਹਨਾਂ ਜਾ ਕਰਕੇ ਹਰਨਾਕਸ਼ ਨੂੰ ਕਿਹਾ, ਕਹਿੰਦੇ ਤੇਰਾ ਪੁੱਤਰ ਬਾਗੀ ਹੋ ਰਿਹਾ, ਜੇ ਤੂੰ ਚਾਹੁੰਦਾ ਹੈ ਕਿ ਤੇਰੀ ਬਹਾਲੀ ਰਵੇ, ਜੇ ਤੂੰ ਚਾਹੁੰਦਾ ਤੇਰਾ ਰਾਜ ਭਾਗ ਬਣਿਆ ਰਵੇ, ਤੈਨੂੰ ਲੋਕ ਰੱਬ ਕਹਿਣ, ਤੇ ਇੱਕ ਪਹਿਲਾਂ ਸਭ ਤੋਂ ਪਹਿਲਾਂ ਇੱਕ ਕੰਮ ਕਰ, ਆਪਣੇ ਪੁੱਤ ਨੂੰ ਮੁਕਾ। ਜਦੋਂ ਤੱਕ ਤੇਰਾ ਪੁੱਤਰ ਰਵੇਗਾ ਤੇਰੀ ਰਿਆਸਤ ਕਾਇਮ ਨਹੀਂ ਹੋ ਸਕੇਗੀ। ਇੱਥੋਂ ਤੱਕ ਸਾਡਾ ਇਤਿਹਾਸ ਕਹਿੰਦਾ, ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਪ੍ਰਹਿਲਾਦ ਦੀ ਮਾਂ ਜਿਹਨੇ ਉਹਨੂੰ ਆਪਣੇ ਗਰਭ ਦੇ ਵਿੱਚੋਂ ਪੈਦਾ ਕੀਤਾ, ਉਹ ਮਾਂ ਪ੍ਰਹਿਲਾਦ ਦੀ ਜਾ ਕੇ ਪ੍ਰਹਿਲਾਦ ਨੂੰ ਕਹਿੰਦੀ, ਪੁੱਤਰ ਜੇ ਜਿਉਣਾ ਚਾਹੁੰਦਾ ਪ੍ਰਮਾਤਮਾ ਦਾ ਨਾਮ ਛੱਡ ਦੇ, ਜੇ ਤੂੰ ਇਸ ਜ਼ਿੰਦਗੀ ਵਿੱਚ ਚੰਗੇ ਸੁੱਖ ਦੀ ਭਾਲ ਵਿੱਚ ਹੈ, ਤੇਰਾ ਪਿਤਾ ਰਾਜਾ ਹੈ, ਤੈਨੂੰ ਜ਼ਿੰਦਗੀ ਦੇ ਸਭ ਸੁੱਖ ਦੇਵੇਗਾ, ਤੈਨੂੰ ਕੀ ਮਿਲਦਾ ਨਾਮ ਜਪ ਕੇ। ਪਰ ਉਸ ਪ੍ਰਹਿਲਾਦ ਨੇ ਬਚਨ ਕੀਤਾ, ਕਹਿੰਦੇ ਇੱਕ ਰਾਮ ਨਾਮ ਨਾ ਛੋਡੋ ਗੁਰ ਦੀਆ ਬੁਝਾਏ, ਕਹਿੰਦੇ ਮੈਨੂੰ ਮੇਰੇ ਗੁਰੂ ਨੇ ਦੱਸਿਆ, ਉਸ ਪ੍ਰਮਾਤਮਾ ਨੇ, ਸਤਿਗੁਰੂ ਨੇ ਮੈਨੂੰ ਦੱਸਿਆ ਕਿ ਉਸ ਪ੍ਰਮਾਤਮਾ ਦੇ ਨਾਮ ਵਿੱਚ ਜੋ ਰਸ ਹੈ ਉਹ ਕਿਤੇ ਨਹੀਂ ਮਿਲੇਗਾ। ਪਰ ਜ਼ਰਾ ਆਪਣੇ ਵੱਲ ਝਾਤ ਮਾਰ ਕੇ ਦੇਖੀਏ ਪਿਆਰਿਓ, ਕਿੰਨਾ ਕੁ ਸੌਖਾ ਹੁੰਦਾ ਇਸ ਸੰਸਾਰ ਦੇ ਪਦਾਰਥਾਂ ਦੇ ਪਿੱਛੇ ਉਸ ਨਾਮ ਰਸ ਨੂੰ ਤਿਆਗ ਦੇਣਾ। ਕਿੰਨਾ ਕੁ ਸੌਖਾ ਹੈ ਸਾਡੇ ਵਾਸਤੇ ਇਹ ਚੁਣਨਾ ਕਿ ਗੁਰੂ ਘਰ ਜਾਈਏ ਜਾਂ ਘਰ ਬਹਿ ਕੇ ਆਪਣੀ ਸੀਰੀਅਲ ਦੇਖੀਏ, ਆਪਣਾ ਟੀਵੀ ਦੇਖੀਏ, ਆਪਣਾ ਮੋਬਾਈਲ ਦੇਖੀਏ। ਕਿੰਨਾ ਕੁ ਸੌਖਾ ਹੈਗਾ ਕਿ ਘੁੰਮਣ ਜਾਈਏ ਜਾਂ ਕੀਰਤਨ ਸਮਾਗਮ ਤੇ ਜਾਈਏ। ਧੰਨ ਨੇ ਉਹ ਪੁਰਖ ਜਿਹੜੇ ਇਹ ਚੁਣਦੇ ਆ ਕਿ ਅਸੀਂ ਗੁਰੂ ਘਰ ਜਾ ਕੇ ਗੁਰੂ ਕੀ ਗੋਦ ਵਿੱਚ ਬਹਿ ਕੇ ਉਹ ਆਨੰਦ ਮਾਣਨਾ, ਹੋਰ ਕਿਤੇ ਨਹੀਂ ਮਿਲਣਾ। ਪਰ ਉਹਨਾਂ ਦੇ ਵਾਸਤੇ ਕਿੰਨੀ ਦੁਰਭਾਗਪੂਰਨ ਗੱਲ ਹੈ ਕਿ ਇੱਕ ਪਾਸੇ ਅੰਮ੍ਰਿਤ ਰਸ ਹੈ ਤੇ ਦੂਸਰੇ ਪਾਸੇ ਵਿਸ਼ ਹੈ, ਤੇ ਅਸੀਂ ਭੱਜ ਕੇ ਉਸ ਵਿਸ਼ ਨੂੰ ਚੁਣਦੇ ਹਾਂ, ਉਸ ਅੰਮ੍ਰਿਤ ਰਸ ਨੂੰ ਤਿਆਗ ਦਿੰਦੇ ਹਾਂ। ਕਿਉਂ? ਕਿਉਂਕਿ ਅਸੀਂ ਉਸ ਅੰਮ੍ਰਿਤ ਰਸ ਨੂੰ ਚਖਿਆ ਨਹੀਂ ਹੈ ਕਦੇ। ਜਿਹੜਾ ਰਸ ਉਸ ਅੰਮ੍ਰਿਤ ਦੇ ਵਿੱਚ ਹੈ ਉਹ ਹੋਰ ਕਿਤੇ ਮਿਲਣਾ ਨਹੀਂ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਇਹ ਰਸ ਚਾਖਤ ਉਹ ਰਸ ਨਹੀਂ ਭਾਵਾ। ਕਹਿੰਦੇ ਜਦੋਂ ਅੰਮ੍ਰਿਤ ਰਸ ਆ ਜਾਵੇਗਾ ਨਾ, ਕਹਿੰਦੇ ਫਿਰ ਸਾਰੇ ਰਸ ਫਿੱਕੇ ਲੱਗਣ ਲੱਗ ਜਾਣਗੇ, ਕਿਉਂਕਿ ਇਸ ਰਸ ਵਿੱਚ ਆਨੰਦ ਹੈ। ਫਿਰ ਉਹਦਾ ਪਿਤਾ ਹਰਨਾਕਸ਼ ਉਹਨੂੰ ਅੱਗ ਦੇ ਵਿੱਚ ਸਾੜਨ ਦਾ ਜਦੋਂ ਯਤਨ ਕਰਦਾ ਹੈ ਕਿ ਉਹਦੀ ਭੈਣ ਹੈ ਹੋਲਿਕਾ, ਜੋ ਪੁਰਾਤਨ ਗ੍ਰੰਥਾਂ ਦੇ ਵਿੱਚ ਮਿਲਦਾ, ਉਸ ਹੋਲਿਕਾ ਨੇ ਉਹਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਸੜ ਨਹੀਂ ਸਕਦੀ, ਤੇ ਉਹਨੇ ਇਹ ਕੀਤਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਉਸ ਅੱਗ ਦੇ ਲਾਟ ਦੇ ਉੱਪਰ ਬੈਠ ਗਈ, ਇਹ ਸੋਚ ਕਰਕੇ ਕਿ ਉਹ ਬਚ ਜਾਵੇਗੀ ਤੇ ਪ੍ਰਹਿਲਾਦ ਜਿਹੜਾ ਉਹ ਅੱਗ ਵਿੱਚ ਸੜ ਜਾਵੇਗਾ। ਪਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇਖੋ ਕਿ ਜਿਹਦੇ ਹਿਰਦੇ ਵਿੱਚ ਨਾਮ ਹੈ, ਉਹਨੂੰ ਨਾ ਤੇ ਅੱਗ ਜਾਲ ਸਕਦੀ, ਨਾ ਉਹਨੂੰ ਪਾਣੀ ਵਿੱਚ ਡੁੱਬਿਆ ਜਾ ਸਕਦਾ, ਤੇ ਨਾ ਉਹਨੂੰ ਕੋਈ ਚੋਰੀ ਕਰਕੇ ਲਿਜਾ ਸਕਦਾ। ਆਪਾਂ ਬਚਨ ਪੜ੍ਹਦੇ ਹਾਂ, ਗੁਰ ਕਾ ਬਚਨ ਬਸੈ ਜੀ ਨਾਲੇ, ਇਹ ਜ਼ਿੰਦਗੀ ਦੇ ਨਾਲ ਨਾਮ ਬਸਦਾ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਕਹਿੰਦੇ ਨਾ ਇਹਨੂੰ ਨਾਮ ਨੂੰ ਜਲ ਦੇ ਵਿੱਚ ਕੋਈ ਡੋਬ ਸਕਦਾ, ਨਾ
ਇਸ ਨਾਮ ਨੂੰ ਕੋਈ ਤਸਕਰ, ਕੋਈ ਚੋਰ ਲੈ ਕੇ ਜਾ ਸਕਦਾ ਤੇ ਨਾ ਇਹਨੂੰ ਅੱਗ ਵਿੱਚ ਸਾੜਿਆ ਜਾ ਸਕਦਾ, ਨਾ ਨਾਮ ਸੜ ਸਕਦਾ ਤੇ ਨਾ ਨਾਮੀ ਸੜ ਸਕਦਾ। ਜਿਹਨੇ ਨਾਮ ਨੂੰ ਉਚਾਰਨ ਕੀਤਾ ਨਾ ਉਹ ਸੜ ਸਕਦਾ, ਜਿਹਨੇ ਨਾਮ ਨੂੰ ਜਪਿਆ ਨਾ ਉਹ ਸੜ ਸਕਦਾ। ਕਿਉਂਕਿ ਨਾਮ ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਉਹ ਅਜੂਨੀ ਹੈ, ਉਹ ਸਹਿ ਭੰਗ ਹੈ, ਪਰ ਉਹ ਪ੍ਰਾਪਤ ਗੁਰੂ ਦੀ ਕਿਰਪਾ ਦੇ ਦੁਆਰਾ ਹੁੰਦਾ, ਗੁਰ ਪ੍ਰਸਾਦ ਹੈ। ਪਿਆਰਿਓ, ਉਸ ਪ੍ਰਹਿਲਾਦ ਦੀ ਬਿਰਤੀ ਨੂੰ ਸਮਝਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਲੋਕ ਹੋਲੀ ਦਾ ਤਿਉਹਾਰ ਪਈ ਮਨਾਉਂਦੇ ਨੇ, ਪਰ ਇਹ ਕਿੰਨਾ ਕੁ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਕਰਕੇ ਮਨਾਉਂਦੇ ਨੇ, ਕਿੰਨਾ ਪਾਕ ਤੇ ਪਵਿੱਤਰ ਤਿਉਹਾਰ ਹੈ ਤੇ ਇਸ ਦੀ ਪਵਿੱਤਰਤਾਈ ਕਾਇਮ ਰਵੇ। ਇਸ ਕਾਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਦੇਖੋ ਬਸੰਤ ਦੀ ਰੁੱਤ ਆਈ ਹੈ ਤੇ ਇਸ ਬਸੰਤ ਦੀ ਰੁੱਤ ਦੇ ਵਿੱਚ ਇਸ ਹੋਲੀ ਦੇ ਤਿਉਹਾਰ ਨੂੰ ਮਨਾਉਣ ਵਾਲਿਓ, ਤੁਹਾਨੂੰ ਅਸੀਂ ਦੱਸਦੇ ਹਾਂ ਕਿ ਹੋਲੀ ਹੈ ਕੀ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ। ਮਨ ਨੇ ਬਚਨ ਕੀਤਾ, ਕਹਿੰਦੇ ਗੁਰ ਸੇਵੋ ਕਰ ਨਮਸਕਾਰ। ਮਹਾਰਾਜ ਕਹਿੰਦੇ ਤੂੰ ਇੱਕ ਕੰਮ ਕਰ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਕੀ ਸੇਵਾ ਦੇ ਨਾਲ ਤੂੰ ਗੁਰੂ ਕੇ ਚਰਨਾਂ ਵਿੱਚ ਜੁੜ ਤੇ ਨਮਸਕਾਰ ਕਰ। ਆਜ ਹਮਾਰਾ ਮੰਗਲਚਾਰ, ਕਹਿੰਦੇ ਅੱਜ ਸਾਡੇ ਘਰ ਮੰਗਲ ਆਇਆ, ਚੰਗਾ ਸਮਾਂ ਬਣਿਆ, ਕਹਿੰਦੇ ਆਜ ਹਮਾਰਾ ਮਹਾ ਆਨੰਦ। ਦੇਖੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿੰਦੇ ਸਾਡੇ ਹਿਰਦੇ 'ਚ ਅੱਜ ਮਹਾ ਆਨੰਦ ਹੈ। ਕਿਉਂ? ਉਹਨਾਂ ਕਿਹਾ ਚਿੰਤ ਲੱਥੀ ਭੇਟੇ ਗੋਬਿੰਦ, ਕਹਿੰਦੇ ਹੁਣ ਚਿੰਤਾ ਲੱਥ ਗਈ, ਮੈਂ ਉਸ ਪਿਆਰੀ ਦਾ ਮਿਲਾਪ ਮਾਣ ਰਿਹਾ ਹਾਂ। ਚਿੰਤ ਲੱਥੀ ਭੇਟੇ ਗੋਬਿੰਦ, ਆਜ ਹਮਾਰਾ ਗ੍ਰਹਿ ਬਸੰਤ, ਕਹਿੰਦੇ ਹਾਂ ਹੋ ਸਕਦਾ ਹੈ ਬਾਹਰਲੀ ਲੁਕਾਈ ਵਾਸਤੇ ਬਸੰਤ ਆਏ, ਪਰ ਇਸ ਬਾਹਰਲੀ ਲੁਕਾਈ ਵਿੱਚ ਸੰਸਾਰ ਦੇ ਵਿੱਚ ਬਸੰਤ ਰੁੱਤ ਆਵੇਗੀ, ਚਲੀ ਜਾਵੇਗੀ, ਪਰ ਉਸ ਪ੍ਰਹਿਲਾਦ ਨੂੰ ਪੁੱਛ ਕੇ ਦੇਖੋ ਕਿ ਕੀ ਤੇਰੇ ਹਿਰਦੇ ਵਿੱਚ ਵਾਪਰਦਾ। ਕੀ ਪ੍ਰਹਿਲਾਦ ਨੂੰ ਪੁੱਛ ਕੇ ਦੇਖੋ ਕਿ ਸੜਦਾ ਕੌਣ ਹੈ, ਕੀ ਹਰਨਾਕਸ਼ ਸੜਦਾ ਹੈ ਜਾਂ ਪ੍ਰਹਿਲਾਦ ਸੜਦਾ ਹੈ? ਤੇ ਪ੍ਰਹਿਲਾਦ ਕਵੇਗਾ ਆਜ ਹਮਾਰਾ ਮਹਾ ਆਨੰਦ। ਉਹਨਾਂ ਕਿਹਾ, ਕਹਿੰਦੇ ਆਜ ਹਮਾਰਾ ਗ੍ਰਹਿ ਬਸੰਤ, ਕਹਿੰਦੇ ਹਿਰਦੇ ਵਿੱਚ ਸਾਡੀ ਬਸੰਤ ਹੈ, ਤੇ ਜਿਹਦੇ ਹਿਰਦੇ ਵਿੱਚ ਬਸੰਤ ਹੈ ਉਹਦੇ ਹਿਰਦੇ ਵਿੱਚ ਕਦੇ ਸੋਕਾ ਨਹੀਂ ਪੈਂਦਾ। ਆਜ ਹਮਾਰਾ ਗ੍ਰਹਿ ਬਸੰਤ, ਗੁਣ ਗਾਏ ਪ੍ਰਭ ਤੁਮ ਬੇਅੰਤ। ਉਸ ਪਿਆਰੀ ਦੀ ਬਖਸ਼ਿਸ਼ ਦੇ ਨਾਲ, ਉਹਦੇ ਗੁਣਾਂ ਨੂੰ ਗਾਉਣ ਦੇ ਨਾਲ ਇਹ ਬਾਹਰਲੀ ਬਸੰਤ ਦੀ ਰੁੱਤ, ਜਿੱਥੇ ਸੋਹਣੇ ਸੋਹਣੇ ਫੁੱਲ ਖਿੜਦੇ, ਜਿੱਥੇ ਸੋਹਣੇ ਸੋਹਣੇ ਫਲ ਖਿੜਦੇ ਹੈ, ਇਹਨਾਂ ਫਲਾਂ ਦਾ ਰਸ ਤੇ ਇਹਨਾਂ ਫੁੱਲਾਂ ਦੀ ਸੁਗੰਧੀ ਸਾਡੇ ਹਿਰਦੇ ਵਿੱਚ ਪ੍ਰਵੇਸ਼ ਕਰ ਗਈ ਜਦੋਂ ਅਸੀਂ ਇਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਹੈ। ਆਜ ਹਮਾਰਾ ਗ੍ਰਹਿ ਬਸੰਤ, ਗੁਣ ਗਾਏ ਪ੍ਰਭ ਤੁਮ ਬੇਅੰਤ। ਉਸ ਪ੍ਰਹਿਲਾਦ ਦੇ ਹਿਰਦੇ ਵਿੱਚ ਉਸ ਪ੍ਰਮਾਤਮਾ ਦੇ ਜਪੇ ਹੋਏ ਨਾਮ ਨੇ ਅੰਦਰ ਦੀ ਸਾਰੀ ਤ੍ਰਿਸ਼ਨਾ, ਅੰਦਰ ਦੀ ਸਾਰੀ ਲੋਭ ਲਾਲਚ ਕਾਮ ਕ੍ਰੋਧ ਹੰਕਾਰ ਦੀ ਅੱਗ ਨੂੰ ਬੁਝਾ ਕਰਕੇ ਇਸ ਹਿਰਦੇ ਵਿੱਚ ਆਨੰਦ ਹੀ ਆਨੰਦ ਪ੍ਰਗਟ ਕਰ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਬਸ ਇਸ ਬਾਹਰਲੀ ਬਸੰਤ ਰੁੱਤ ਦੇ ਵਿੱਚ ਜਦੋਂ ਸਿੱਖ ਬੈਠ ਕੇ ਬਾਣੀ ਪੜ੍ਹਦਾ, ਜਪਦਾ, ਧਿਆਨ ਧਰਦਾ ਸੱਚੇ ਪਾਤਸ਼ਾਹ ਪ੍ਰਮਾਤਮਾ ਦਾ, ਤੇ ਬਾਹਰਲੀ ਬਸੰਤ ਹਿਰਦੇ ਹੌਲੀ ਹੌਲੀ ਤੇਰੇ ਹਿਰਦੇ ਵਿੱਚ ਵੀ ਪ੍ਰਵੇਸ਼ ਕਰ ਜਾਵੇ। ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਆਜ ਹਮਾਰਾ ਬਨੇ ਭਾਗ, ਕਹਿੰਦੇ ਅੱਜ ਸਾਡੇ ਬਖਸ਼ਿਸ਼ ਦੇ ਨਾਲ ਇਹ ਫੱਗਣ ਦਾ ਮਹੀਨਾ ਜਿਹੜਾ, ਇਸ ਫੱਗਣ ਦੇ ਮਹੀਨੇ ਵਿੱਚ ਜਦੋਂ ਚੇਤਰ ਚੜ੍ਹਿਆ ਤੇ ਇਸ ਹੋਲੀ ਦੀ ਰੁੱਤ ਦੇ ਵਿੱਚ ਜਦੋਂ ਸਿੱਖ ਨੇ ਧਿਆਨ ਦੇ ਨਾਲ ਆਪਣੇ ਹਿਰਦੇ ਵਿੱਚ ਇਸ ਨਾਮ ਦੇ ਬੀਜ ਨੂੰ ਬੀਜਿਆ, ਉਹਨੂੰ ਜਲ ਦਿੱਤਾ, ਤੇ ਜਦੋਂ ਜਲ ਦਿੱਤਾ ਤੇ ਪੁੰਗਰਿਆ, ਤੇ ਜਦੋਂ ਪੁੰਗਰਿਆ ਤੇ ਇਸ ਨਿੱਕੇ ਦੇ ਬੀਜ ਨੇ ਇੱਕ ਸੋਹਣਾ ਜਿਹਾ ਰੁੱਖ ਬਣਾਇਆ। ਉਸ ਰੁੱਖ ਵਿੱਚ ਫੁੱਲ ਖਿੜੇ ਤੇ ਹੌਲੀ ਹੌਲੀ ਉਹਨਾਂ ਫੁੱਲਾਂ ਨੇ ਫਲਾਂ ਦਾ ਰੂਪ ਲੈ ਲਿਆ, ਤੇ ਉਹ ਜਿਹੜੇ ਫੁੱਲ ਤੇ ਫਲ ਨੇ ਹੁਣ ਉਹ ਪੱਕ ਗਏ ਨੇ। ਜਦੋਂ ਪੱਕ ਗਏ ਨੇ ਤੇ ਹੁਣ ਇਹਨਾਂ ਨੂੰ ਰਸ ਜਿਹੜਾ ਉਹ ਸਿੱਖ ਅੰਦਰੋਂ ਅੰਦਰੀ ਮਾਣਦਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਚੇਤ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ, ਆਪਾਂ 12 ਮਾਹ ਦੀ ਬਾਣੀ ਪੜ੍ਹੀਏ ਨਾ, ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਚੇਤ ਗੋਬਿੰਦ ਅਰਾਧੀਐ, ਹੋਵੇ ਅਨੰਦ ਕਣਾ, ਸੰਤ ਜਨਾ ਮਿਲ ਪਾਈਐ, ਰਸਨਾ ਰਾਮ ਪਣਾ।
ਉੱਥੇ ਮਹਾਰਾਜ ਨੇ ਬਚਨ ਕੀਤਾ ਕਿ ਚੇਤ ਦੇ ਮਹੀਨੇ ਵਿੱਚ ਬੈਠ ਕੇ ਤੂੰ ਸੰਗਤ ਵਿੱਚ ਜਪਣਾ ਆਰੰਭ ਕਰ, ਤੇ ਜਦੋਂ ਫੱਗਣ ਦਾ ਮਹੀਨਾ ਆਵੇਗਾ ਉਹ ਜਪਦਿਆਂ ਉਹ ਨਿੱਕਾ ਜਿਹਾ ਬੀਜ ਨਾਮ ਦਾ ਸੋਹਣਾ ਰੁੱਖ ਬਣ ਜਾਵੇਗਾ, ਤੇ ਉਹਦੇ ਵਿੱਚੋਂ ਫਲ ਜਿਹੜਾ ਉਹ ਪੱਕ ਕੇ ਤਿਆਰ ਹੋ ਜਾਵੇਗਾ, ਜਿਹਦਾ ਰਸ ਤੂੰ ਮਾਣ ਸਕਦਾ। ਸੱਚੇ ਪਾਤਸ਼ਾਹ ਬਚਨ ਕਰਦੇ, ਪ੍ਰਭ ਸੰਗੀ ਮਿਲ ਖੇਲਣ ਲਾਗ। ਕਹਿੰਦੇ ਹੁਣ ਕੀ ਹੋਇਆ? ਕਹਿੰਦੇ ਉਹ ਜਿਹੜੇ ਸੋਹਣੇ ਰੰਗ ਤਿਆਰ ਹੋਏ ਨੇ ਉਹਨਾਂ ਫੁੱਲਾਂ ਦੇ ਨਾਲ, ਅੰਦਰ ਦੇ ਨਾਮ ਦੇ ਰਸ ਨੂੰ ਮਾਨਣ ਵਾਲਿਆ, ਉਹਨਾਂ ਨਾਮ ਦੇ ਰਸ ਦੀ ਜਿਨ੍ਹਾਂ ਨੂੰ ਭਾਲ ਹੈ, ਜਿਨ੍ਹਾਂ ਨੇ ਚਖਿਆ ਹੈ, ਜਿਨ੍ਹਾਂ ਨੇ ਹਾਲੇ ਚਖਣਾ ਹੈ, ਤੇ ਇੱਕ ਕੰਮ ਕਰ, ਉਸ ਰਸ ਨੂੰ ਉਹਨਾਂ ਫੁੱਲਾਂ ਨੂੰ ਪੀਸ ਕੇ ਰੰਗ ਬਣਾ ਲੈ, ਤੇ ਉਸ ਰੰਗ ਨੂੰ ਸਾਰੀ ਲੁਕਾਈ ਦੇ ਵਿੱਚ ਆਨੰਦ ਹੀ ਆਨੰਦ ਭਰ ਦੇ। ਪ੍ਰਭ ਸੰਗੀ ਮਿਲ ਖੇਲਣ ਲਾਗ। ਉਹਨਾਂ ਪਿਆਰੇ ਗੁਰਸਿੱਖਾਂ ਦੀ ਸੰਗਤ ਵਿੱਚ ਜਾ, ਤੇ ਜਿੱਦਾਂ ਲੋਕ ਹੋਲੀ ਦੇ ਰੰਗ ਪਏ ਸੁੱਟਦੇ ਇੱਕ ਦੂਜੇ ਵਿੱਚ, ਤੂੰ ਇੱਕ ਕੰਮ ਕਰ, ਉਸ ਅੰਦਰ ਦੇ ਨਾਮ ਦੇ ਰੰਗ ਨੂੰ ਮਾਣ ਤੇ ਸਾਰਿਆਂ ਵਿੱਚ ਵੰਡ। ਪ੍ਰਭ ਸੰਗੀ ਮਿਲ ਖੇਲਣ ਲਾਗ। ਸੱਚੇ ਪਾਤਸ਼ਾਹ ਨੇ ਕਿਹਾ, ਹਾਂ ਆਮ ਲੋਕ ਨੇ, ਅੱਜ ਤੁਸੀਂ ਦੇਖੋ ਕਈ ਲੋਕ ਸ਼ਰਾਬਾਂ ਦਾ ਸੇਵਨ ਕਰਦੇ, ਕਈ ਲੋਕ ਮਾੜੇ ਪਦਾਰਥ ਛਕਦੇ, ਕਈ ਲੋਕ ਮਾੜੇ ਗੰਦੇ ਗੀਤਾਂ ਤੇ ਨੱਚਦੇ ਫਿਰਦੇ ਆ, ਭੂਤਾਂ ਵਾਂਗੂ ਸ਼ਕਲ ਬਣਾਈਆਂ, ਦੈਤਾਂ ਵਾਂਗੂ। ਪਰ ਸੱਚੇ ਪਾਤਸ਼ਾਹ ਬਚਨ ਕਰਦੇ, ਕਹਿੰਦੇ ਦੇਖੋ ਸਾਡੇ ਵਾਸਤੇ ਹੋਲੀ ਕੀ ਆ। ਮੈਂ ਕਹਿੰਦੇ ਹੋਲੀ ਕੀਨੀ ਸੰਤ ਸੇਵ। ਕਹਿੰਦੇ ਸਾਡੇ ਵਾਸਤੇ ਹੋਲੀ ਹੈ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰ। ਕਿਉਂ? ਤੁਸੀਂ ਦੇਖੋ ਇਹ ਹੋਲੀ ਦਾ ਤਿਉਹਾਰ ਅਸਲ ਦੇ ਵਿੱਚ ਇੰਨਾ ਪਵਿੱਤਰ ਹੈ। ਇਹ ਇੱਕ ਸੱਚ ਦੀ ਮਾੜੇ ਤੇ ਭੈੜੇ ਜਿਹੜੀ ਬਿਰਤੀਆਂ ਨੇ, ਦੈਤ ਬਿਰਤੀਆਂ ਦੇ ਉੱਪਰ ਉਸ ਸੁਰ ਬਿਰਤੀ ਦੀ ਜਿੱਤ ਹੈ। ਉਸ ਵਿਕਾਰਾਂ ਦੇ ਉੱਪਰ, ਹਉਮੈ ਦੇ ਉੱਪਰ ਨਾਮ ਦੀ ਜਿੱਤ ਹੈ। ਤੇ ਇਸ ਪ੍ਰਗਟਾਵੇ ਨੂੰ ਸਿੱਖ ਇਸੇ ਰੂਪ ਵਿੱਚ ਲਵੇ ਕਿ ਜਦੋਂ ਕਿਤੇ ਕੋਈ ਗੁਰਸਿੱਖ ਮਿਲ ਜਾਵੇ, ਤੇ ਜਿਹੜਾ ਕੋਈ ਨਾਮ ਜਪਣ ਵਾਲਾ ਹੈ, ਉਹਦੀ ਸੰਗਤ ਵਿੱਚ ਬੈਠ ਕੇ ਉਹਦੀ ਸੇਵਾ ਕਰੇ। ਬਸ ਇਸੇ ਰੂਪ ਵਿੱਚ ਉਹਦੇ ਹਿਰਦੇ 'ਚ ਇਹ ਹੋਲੀ ਦਾ ਤਿਉਹਾਰ ਮਨਾਇਆ ਜਾ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇ। ਕਹਿੰਦੇ ਏਦਾਂ ਦਾ ਰੰਗ ਫਿਰ ਤੈਨੂੰ ਵੀ ਲੱਗ ਜਾਵੇਗਾ ਜਦੋਂ ਤੂੰ ਉਸ ਸੰਤ ਰੂਪੀ ਪ੍ਰਹਿਲਾਦ ਦੀ ਸੇਵਾ ਕਰੇਗਾ, ਤੇ ਤੇਰੇ ਹਿਰਦੇ ਵਿੱਚ ਵੀ ਉਹਦੀ ਜਪਿਆ ਹੋਇਆ ਨਾਮ ਦਾ ਇੱਕ ਕਿਣਕਾ ਤੇਰੇ ਵਿੱਚ ਵੀ ਪ੍ਰਵੇਸ਼ ਕਰ ਜਾਵੇਗਾ। ਤੇਰਾ ਵੀ ਭਾਰ ਤਾਰਾ ਹੋ ਜਾਵੇਗਾ, ਤੂੰ ਵੀ ਬਖਸ਼ਿਆ ਜਾਵੇਗਾ। ਜਿਹੜਾ ਰੰਗ ਉਹਨੂੰ ਚੜਿਆ, ਉਹ ਰੰਗ ਹੌਲੀ ਹੌਲੀ ਤੈਨੂੰ ਵੀ ਚੜ ਜਾਵੇ। ਪਰ ਸੱਚੇ ਪਾਤਸ਼ਾਹ ਦੇਖੋ ਬਾਣੀ ਵਿੱਚ ਦੋ ਰੰਗਾਂ ਦਾ ਜ਼ਿਕਰ ਹੁੰਦਾ। ਇੱਕ ਰੰਗ ਹੈ ਕੁਸੁੰਭ ਕਾ, ਤੇ ਇੱਕ ਰੰਗ ਹੈ ਮਜੀਠ ਕਾ। ਮਹਾਰਾਜ ਨੇ ਬਚਨ ਕੀਤਾ, ਕਾਚਾ ਰੰਗ ਕੁਸੁੰਭ ਕਾ ਜਲ ਜਾਸੀ ਢੋਲਾ। ਹੁਣ ਜਿਹੜਾ ਕੁਸੁੰਭ ਹੈ ਨਾ, ਉਹਦਾ ਏਦਾਂ ਕਿ ਤੁਸੀਂ ਬਿਲਕੁਲ ਆਪਣੇ ਕੱਪੜਿਆਂ ਨੂੰ ਲੱਗੇ ਤੇ ਉਹ ਬਿਲਕੁਲ ਜਾਂ ਤੇ ਹੱਥ ਲਾਓ ਤੇ ਉਹ ਨਿਕਲ ਜਾਂਦਾ, ਜਾਂ ਜਲ ਨਾਲ ਧੋਪਿਆ ਨਿਕਲ ਜਾਂਦਾ। ਪਰ ਜਿਹੜਾ ਮਜੀਠ ਦਾ ਰੰਗ ਹੈ ਉਹ ਉਤਰਦਾ ਨਹੀਂ। ਸੱਚੇ ਪਾਤਸ਼ਾਹ ਜੀ ਨੇ ਦੋ ਉਦਾਹਰਨਾਂ ਦਿੱਤੀਆਂ। ਸੰਸਾਰ ਦੇ ਜਿੰਨੇ ਰੰਗ ਨੇ, ਜਿੰਨੇ ਵਿਸ਼ੇ ਵਿਕਾਰ ਨੇ, ਜਿੰਨੇ ਪਦਾਰਥ ਨੇ, ਜਿੰਨੇ ਲੋਭ ਦੇ ਅਧੀਨ ਬੰਦੇ ਨੇ ਜੀਵਨ ਚ ਕਾਰਜ ਕੀਤੇ, ਸਭ ਕੁਝ ਉਸ ਕੁਸੁੰਭ ਦੇ ਰੰਗ ਵਾਂਗੂ ਨੇ, ਜਿਹੜਾ ਅੱਜ ਸ਼ਰਾਬ ਪੀਤੀ ਕੱਲ ਸਵੇਰੇ ਲੱਥ ਜਾਵੇਗੀ, ਪਰ ਜਿਨ੍ਹਾਂ ਨੇ ਨਾਮ ਦਾ ਰਸ ਚੱਕਿਆ ਉਹ ਕਦੇ ਵੀ ਨਹੀਂ ਲੱਥੇਗਾ, ਉਹ ਵੱਧਦਾ ਹੈ। ਮਹਾਰਾਜ ਨੇ ਬਚਨ ਕੀਤਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ। ਜਦੋਂ ਪ੍ਰਮਾਤਮਾ ਨੇ ਰੰਗ ਬਖਸ਼ਿਸ਼ ਕਰ ਦਿੱਤਾ ਨਾਮ ਦਾ, ਫਿਰ ਇਹਦੇ ਵਿੱਚ ਭੰਗ ਨਹੀਂ ਹੁੰਦੀ। ਇਹਦੇ ਵਿੱਚ ਇਹ ਰੰਗ ਕਦੇ ਟੁੱਟਾ, ਲਾਲ ਰੰਗ ਕਦੇ ਉਤਰ ਨਾ ਜਾਏ। ਇਹ ਕਦੇ ਰੰਗ ਉਤਰਦਾ ਨਹੀਂ। ਕਿਉਂ? ਕਿਉਂਕਿ ਇਹ ਸੁਹਾਗਣ ਦੀ ਬਿਰਤੀ ਹੈ। ਜਦੋਂ ਸਿੱਖ ਆਪਣੇ ਹਿਰਦੇ ਵਿੱਚ ਉਸ ਨਾਮ ਨੂੰ ਪ੍ਰਗਟ ਕਰ ਲੈਂਦਾ ਤੇ ਉਹ ਸੁਹਾਗਣ ਬਣ ਜਾਂਦਾ। ਤੇ ਮਹਾਰਾਜ ਇੱਥੋਂ ਤੱਕ ਬਚਨ ਕਰਦੇ, ਕਹਿੰਦੇ ਜਿਹੜਾ ਸੁਹਾਗਣ ਹੈ ਆਮ ਤੌਰ ਤੇ ਸੰਸਾਰੀ ਹੈ, ਉਹਦਾ ਪਤੀ ਮਰ ਜਾਵੇ ਤੇ ਉਹ ਸੁਹਾਗਣ ਨਹੀਂ ਰਹਿੰਦੀ। ਪਰ ਜਿਹੜਾ ਸਿੱਖ ਪਰਮਾਤਮਾ ਨੂੰ ਆਪਣਾ ਪਤੀ ਮੰਨ ਲਵੇ, ਆਪ ਸੁਹਾਗਣ ਹੋ ਜਾਵੇ, ਤੇ ਉਹਦਾ ਪਤੀ ਅਮਰ ਹੈ। ਤੇ ਜਿਹੜਾ ਪਤੀ ਕਦੇ ਮਰਦਾ ਨਹੀਂ, ਉਹ ਸਦੀਵ ਸੁਹਾਗਣ ਰਹਿੰਦੀ ਹੈ। ਤੇ ਸਾਡੇ ਹਿਰਦੇ ਵਿੱਚ ਜੇ ਸਾਡਾ ਪਰਮਾਤਮਾ ਪਤੀ ਕਦੇ ਸਾਡੇ ਤੋਂ ਵਿਛੜਦਾ ਨਹੀਂ, ਤੇ ਸਾਡਾ ਹਿਰਦਾ ਹਮੇਸ਼ਾ ਉਹਨਾਂ ਸ਼ਿੰਗਾਰਾਂ ਨੂੰ ਮਾਣਦਾ, ਉਹਨਾਂ ਰੰਗਾਂ ਨੂੰ ਮਾਣਦਾ ਹੈ।
सिर्फ कमी है सानू उस रूप विच महसूस करन। महाराज ने बचन कीता कहंदे सगली रुती हरिया होए। हुण ये नहीं कि सिर्फ होली इक्को दिन वास्ते मनाई जावे, एक दिन च रंग लाया सवेरे पाया धोता। सच्ची पातशाह कहंदे कहंदे नहीं ये रंग लग्गिया ते सगली रुती हरिया होए, फिर हर रुत विच उस दा मन खिड़िया ही रहेगा। सद बसंत गुर मिले देव, बिरख जम्यो है पार जात, फूल लगे फल रत्न पात। मार कहंदे हुण पारजात दा जेड़ा रुख है ना, ਹੁਣ ਆਪਾਂ ਸਮਝਦੇ ਹਾਂ ਪਾਰਜਾਤ ਇੱਕ ਰੁੱਖ ਹੈ ਜਿਹੜਾ ਸਵਰਗਾਂ ਦੇ ਵਿੱਚ ਪਾਇਆ ਜਾਂਦਾ, ਜਿਹੜੀ ਦੰਤ ਕਥਾ ਪੁਰਾਤਨ ਹੈ। ਉਹ ਜਿਹੜਾ ਪਾਰਜਾਤ ਦਾ ਰੁੱਖ ਹੈ ਉਹਦੇ ਤੇ ਸਭ ਕੁਝ ਹੈ, ਜੋ ਤੁਸੀਂ ਮੰਗਣਾ ਚਾਹੁੰਦੇ ਹੋ ਜ਼ਿੰਦਗੀ ਦੀ ਜੋ ਇੱਛਾ ਹੈ ਉਹ ਪਾਰਜਾਤ ਦਾ ਰੁੱਖ ਦੇ ਸਕਦਾ। ਉਹ ਕਿਹਾ ਜਾਂਦਾ ਕਿ ਉਹ ਇੰਦਰ ਦੇਵਤੇ ਦੇ ਕੋਲ ਹੈ ਸਵਰਗਾਂ ਦੇ ਵਿੱਚ, ਸਮਝਣ ਵਾਸਤੇ। ਪਰ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਦੇਖੋ ਜਦੋਂ ਸਿੱਖ ਨਾਮ ਜਪਦਾ ਫਿਰ ਇਹ ਪਾਰਜਾਤ ਦਾ ਰੁੱਖ ਉਹਦੇ ਹਿਰਦੇ 'ਚ ਹੀ ਆ ਜਾਂਦਾ, ਫਿਰ ਉਹ ਜੋ ਮੰਗਦਾ ਉਹ ਸਭ ਕੁਝ ਪੂਰਾ ਹੋ ਜਾਂਦਾ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਸਭ ਕੁਝ ਹੀ ਸੱਚ ਹੋ ਜਾਂਦਾ ਕਿਉਂਕਿ ਉਹਦੇ ਬਚਨ ਜਿਹੜੇ ਆ ਉਹ ਅਟਲ ਹੋ ਜਾਂਦੇ। ਇੱਕ ਸਾਧ ਬਚਨ ਅਟਲਾਦਾ, ਤੇ ਜਿਹੜੇ ਜਦੋਂ ਉਹਦੇ ਬਚਨ ਸੱਚ ਹੋ ਜਾਂਦੇ ਆ ਤੇ ਉਹ ਗੁਰਸਿੱਖ ਕਦੇ ਵੀ ਜ਼ਿੰਦਗੀ ਵਿੱਚ ਪਰਮਾਤਮਾ ਤੋਂ ਦੂਰ ਜਾਣ ਬਾਰੇ ਨਹੀਂ ਸੋਚਦਾ, ਕਿਉਂਕਿ ਉਹਦੀ ਬਖਸ਼ਿਸ਼ ਹੀ ਪ੍ਰਾਪਤ ਪਰਮਾਤਮਾ ਤੋਂ ਹੈ। ਫਿਰ ਸੱਚੇ ਪਾਤਸ਼ਾਹ ਕਹਿੰਦੇ ਫੂਲ ਲੱਗੇ ਫਲ ਰਤਨ ਪਾਤ, ਫਿਰ ਉਸ ਪਾਰਜਾਤ ਦੇ ਰੁੱਖ ਵਿੱਚ ਫੁੱਲ ਵੀ ਲੱਗਦੇ ਤੇ ਫੁੱਲ ਵੀ ਲੱਗਦੇ, ਉਹ ਖਿੜਿਆ ਹੀ ਰਹਿੰਦਾ ਹੈ। ਤ੍ਰਿਪਤ ਅਗਾਨੇ ਹਰ ਗੁਣੈ ਹਗਾਏ, ਜਨ ਨਾਨਕ ਹਰ 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 ਧਿਆਏ। ਹੁਣ ਜਿਹੜਾ ਗੁਰਸਿੱਖ ਹੈ ਨਾ ਉਹਦੀ ਤ੍ਰਿਪਤੀ ਨਾਮ ਰਸ ਵਿੱਚੋਂ ਹੀ ਹੈ। ਹੁਣ ਬਾਹਰਲੇ ਪਦਾਰਥਾਂ ਦੇ ਵਿੱਚ ਰਸ ਨਹੀਂ ਭਾਲਦਾ, ਉਹ ਇਹ ਨਹੀਂ ਭਾਲਦਾ ਵੀ ਚਲੋ ਅੱਜ ਫਲਾਣੀ ਥਾਂ ਖਾਣ ਚੱਲੀਏ, ਅੱਜ ਫਲਾਣੀ ਥਾਂ ਘੁੰਮਣ ਚੱਲੀਏ, ਫਲਾਣੀ ਥਾਂ ਇਹ ਕੰਮ ਕਰ ਲਈਏ, ਜੋ ਕੰਮ ਕਰ ਲਈ, ਨਹੀਂ। ਉਹਦੇ ਵਿੱਚ ਬਾਣੀ ਪੜ੍ਹਨਾ ਹੀ, ਸੇਵਾ ਸਿਮਰਨ ਕਰਨਾ ਹੀ ਉਹਦੇ ਹਿਰਦੇ ਵਿੱਚ ਨਾਮਦਾਨ ਬਖਸ਼ਿਸ਼ ਦਿੰਦਾ ਰਹਿੰਦਾ। ਉਹਦੇ ਹਿਰਦੇ ਵਿੱਚ ਇਹੀ ਜਿਹੜੀ ਹੈ ਉਹਦੀ ਬਿਰਤੀ ਬਣ ਜਾਂਦੀ ਕਿ ਉਹ ਹਰ ਵਕਤ ਹੀ ਚਾਹੁੰਦਾ ਕਿ ਮੈਂ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹੀ ਜੁੜਿਆ ਰਹਾਂ। ਤ੍ਰਿਪਤ ਅਗਾਨੇ, ਇਹਦੇ ਵਿੱਚ ਹੀ ਉਹਦੀ ਤ੍ਰਿਪਤੀ ਹੈ। ਹਰ ਗੁਣ ਗਾਏ, ਪ੍ਰਮਾਤਮਾ ਨੂੰ ਗਾਉਣ, ਗੁਣਾਂ ਨੂੰ ਗਾਉਣ ਕਰਕੇ ਉਹਦੀ ਤ੍ਰਿਪਤੀ ਹੈ। ਜਨ ਨਾਨਕ ਹਰ 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 ਧਿਆਏ। ਫਿਰ ਸੱਚੇ ਪਾਤਸ਼ਾਹ ਬਚਨ ਕਰਦੇ ਕਹਿੰਦੇ ਤੂੰ ਵੀ ਬੈਠ ਕਰਕੇ ਉਸ ਪਿਆਰੇ ਦੇ ਗੁਣਾਂ ਨੂੰ ਗਾ, ਕਿਉਂ? ਕਿਉਂਕਿ ਗੁਣਾਂ ਨੂੰ ਗਾਉਣ ਤੋਂ ਇਲਾਵਾ ਹੋਰ ਪਾਰ ਤਾਰਾ ਹੈ ਨਹੀਂ। ਸੱਚੇ ਪਾਤਸ਼ਾਹ ਜਦੋਂ ਇਹ ਬਖਸ਼ਿਸ਼ ਕੀਤੀ ਨਾ ਪਿਆਰਿਓ ਕਿ ਇਸ ਪਵਿੱਤਰਤਾਈ ਨੂੰ ਬਰਕਰਾਰ ਰੱਖਣ ਵਾਸਤੇ ਸਿੱਖ ਉਸ ਰੂਪ ਵਿੱਚ ਤਿਉਹਾਰ ਨੂੰ ਮਨਾਵੇ ਜਿਸ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਹਾ ਕਹਿੰਦੇ ਇਹਨੂੰ ਤਰਤੀਬ ਵਿੱਚ ਆਪਾਂ ਪਰੋ ਦਈਏ ਤਾਂ ਕਿ ਸਿੱਖ ਕਦੇ ਵੀ ਨਾ ਡੋਲਣ। ਇੱਥੋਂ ਫਿਰ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਚਨ ਕੀਤਾ, ਕਹਿੰਦੇ ਔਰਨ ਕੀ ਹੋਲੀ ਮਮ ਹੋਲਾ, ਕਉ ਕਿਰਪਾ ਨਿਧ ਬਚਨ ਅਮੋਲਾ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਸਿੱਖੋ ਬਾਕੀ ਲੋਕ ਵਿਸ਼ੇ ਵਿਕਾਰਾਂ ਵਿੱਚ ਪੈ ਕਰਕੇ ਹੋਲੀ ਦਾ ਤਿਉਹਾਰ ਮਨਾਉਂਦੇ ਨੇ, ਪਰ ਅਸੀਂ ਤੁਹਾਨੂੰ ਹੋਲਾ ਦੇਵਾਂਗੇ, ਹੋਲਾ ਮਹੱਲਾ ਦੇਵਾਂਗੇ। ਕਿਉਂ? ਕਿਉਂਕਿ ਸਿੱਖ ਜਿਹੜੇ ਆ ਉਹ ਗਾਫਲਤਾਈ 'ਚ ਜੀਵਨ ਨਾ ਜਿਉਣ। ਉਹ ਇਹ ਨਾ ਸੋਚਣ ਬਈ ਇਹ ਤਿਉਹਾਰ ਖੁਸ਼ ਹੋਣ ਦਾ ਹੈ, ਤੇ ਜਦੋਂ ਸਿੱਖ ਖੁਸ਼ ਹੋਵੇ ਤੇ ਉਹ ਖੁਸ਼ ਨਹੀਂ, ਆਪਣੇ ਵਿਕਾਰਾਂ ਵਿੱਚ ਪੈ ਕੇ ਖੁਸ਼ ਨਾ ਹੋਵੇ, ਉਹ ਪ੍ਰਮਾਤਮਾ ਦੇ ਨਾਮ ਵਿੱਚ ਖੁਸ਼ ਹੋਵੇ। ਇਸ ਕਾਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਬਚਨ ਕੀਤਾ, ਕਹਿੰਦੇ ਸਿੱਖੋ ਸ੍ਰੀ ਅਨੰਦਪੁਰ ਸਾਹਿਬ ਤੇ ਇਕੱਠੇ ਹੋਣਾ ਤੇ ਇੱਥੇ ਬੈਠ ਕਰਕੇ ਤੁਸੀਂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਮੰਨਣਾ, ਤੇ ਜਦੋਂ ਇੱਥੇ ਆਉਣਾ ਤੇ ਤਿਆਰ ਬਰ ਤਿਆਰ ਹੋ ਕੇ ਆਣਾ। ਆਪਾਂ ਬਚਨ ਪੜ੍ਹਦੇ ਹਾਂ, ਜਬ ਹਮਰੇ ਦਰਸ਼ਨ ਕੋ ਆਓ ਬਨ ਸੁਚੇਤ ਤਨ ਸ਼ਸਤਰ ਸਜਾਓ। ਕਹਿੰਦੇ ਜਦੋਂ ਤੁਸੀਂ ਸਾਡੇ ਦਰਸ਼ਨਾਂ ਨੂੰ ਆਉਣਾ ਤੇ ਤੁਸੀਂ ਬਾਣਾ ਪਾ ਕਰਕੇ ਸੁਚੇਤ ਹੋ ਕਰਕੇ ਤੇ ਤਨ ਤੇ ਸ਼ਸਤਰ ਸਜਾ ਕਰਕੇ ਆਉਣਾ। ਕਿਉਂ? ਕਿਉਂਕਿ ਗੁਰਸਿੱਖੋ ਸ਼ਸਤਰਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਇਹ ਜਿਹੜੇ ਸ਼ਸਤਰ ਨੇ ਨਾ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਹੀ ਸੈਥੀ, ਇਹ 13 ਸ਼ਸਤਰ ਨੇ। ਮਹਾਰਾਜ ਨੇ ਕਿਹਾ ਇਹ ਹਮਾਰੇ ਵੀਰ, ਕਹਿੰਦੇ ਇਹ ਸਾਡੇ ਪੀਰ ਨੇ, ਸਾਡੀ ਪ੍ਰਮਾਤਮਾ ਦਾ ਰੂਪ ਨੇ। ਇੱਥੋਂ ਤੱਕ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਦੋਂ ਮਾਤਾ ਸਾਹਿਬ ਕੌਰਾਂ ਜੀ ਨੂੰ ਦਿੱਲੀ ਵੱਲ ਤੋਰਿਆ, ਮਹਾਰਾਜ ਨੇ ਬਚਨ ਕੀਤਾ, ਕਹਿੰਦੇ 5 ਸ਼ਸਤਰ ਆਪ ਜੀ ਨੂੰ ਦਿੱਤੇ, ਤੇ ਜਦੋਂ ਤੁਹਾਨੂੰ ਸਾਡੀ ਯਾਦ ਆਵੇ ਇਹਨਾਂ 5 ਸ਼ਸਤਰਾਂ ਨੂੰ ਨਮਸਕਾਰ ਕਰਨੀ, ਇਹਨਾਂ ਵਿੱਚੋਂ ਤੁਹਾਨੂੰ ਸਾਡੇ ਦੀਦਾਰ ਹੋਣ। ਮਹਾਰਾਜ ਨੇ ਇੱਥੋਂ ਤੱਕ ਬਚਨ ਕਿਹਾ, ਕਹਿੰਦੇ ਜਿਹੜਾ ਸਿੱਖ ਹੋਵੇ ਉਹ ਸ਼ਸਤਰਧਾਰੀ
ਹੋਵੇ ਹੀ ਸ਼ਸਤਰਾਂ ਤੋਂ ਬਿਨਾਂ ਸਾਨੂੰ ਕਦੇ ਦੀਦਾਰ ਨਹੀਂ ਦੇਣੇ। ਆਪਾਂ ਬਚਨ ਪੜ੍ਹਦੇ ਹਾਂ, ਇਹ ਮੋਰ ਆਗਿਆ ਸੁਣੋ ਹੇ ਪਿਆਰੇ। ਕਹਿੰਦੇ ਇਹ ਗੁਰੂ ਕੇ ਸਿੱਖੋ, ਇਹ ਸਾਡੀ ਆਗਿਆ ਹੈ, ਸਾਡਾ ਹੁਕਮ ਹੈ, ਬਿਨਾਂ ਸ਼ਸਤਰ ਕੇਸਨ ਦੇਵੋ ਨਾ ਦੀਦਾਰੇ। ਕਹਿੰਦੇ ਬਿਨਾਂ ਸ਼ਸਤਰਾਂ ਤੋਂ ਤੇ ਬਿਨਾਂ ਕੇਸਾਂ ਤੋਂ ਸਾਨੂੰ ਕਦੇ ਦੀਦਾਰ ਨਹੀਂ ਦੇਣਾ। ਸਾਡੇ ਕੋਲ ਕਦੇ ਨਹੀਂ ਆਉਣਾ, ਜਦੋਂ ਵੀ ਆਉਣਾ ਸਾਡੇ ਕੋਲ ਆਉਣਾ ਤੇ ਕੇਸਾਂ ਧਾਰੀ ਹੋ ਕਰਕੇ ਤੇ ਸ਼ਸਤਰ ਧਾਰੀ ਹੋ ਕਰਕੇ ਆਉਣਾ। ਕਿਉਂ? ਕਿਉਂਕਿ ਇਹ ਗੁਰੂ ਕੇ ਸਿੱਖ ਦੀ ਪਛਾਣ ਹੈ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਸਿੱਖੋ ਤੁਸੀਂ ਇੱਥੇ ਆਓ ਨਾ, ਤੇ ਇੱਥੇ ਆ ਕੇ ਅਸੀਂ ਹੋਲਾ ਮਹੱਲਾ ਮਨਾਵਾਂਗੇ। ਹੁਣ ਇੱਥੇ ਹੋਲਾ ਸ਼ਬਦ ਜਿਹੜਾ ਤੇ ਮਹੱਲਾ ਸ਼ਬਦ ਦੇ ਦੋ ਵੱਖਰੇ ਵੱਖਰੇ ਸ਼ਬਦ ਨੇ। ਜਦੋਂ ਗੁਰੂ ਸਾਹਿਬ ਜੀ ਨੇ ਇਸ ਬਿਰਤੀ ਨੂੰ ਜਾਣਿਆ ਨਾ ਕਿ ਸਿੱਖ ਗਾਫਲਤਾਈ ਦੇ ਵਿੱਚ ਜੀਵਨ ਨਾ ਜਿਉਣ ਤੇ ਤਿਆਰ ਬਰ ਤਿਆਰ ਰਹਿਣ, ਇਹਦੇ ਵਾਸਤੇ ਉਹਨਾਂ ਦੇ ਸ਼ਸਤਰਾਂ ਦਾ ਅਭਿਆਸ ਵੀ ਲੋੜੀਂਦਾ। ਤੇ ਇਸ ਕਾਰਨ ਵਾਸਤੇ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਸਿੱਖੋ ਅਨੰਦਪੁਰ ਸਾਹਿਬ ਤੇ ਜਦੋਂ ਵੀ ਇਕੱਠੇ ਹੋਣਾ, ਉਦੋਂ ਤੁਸੀਂ ਖੇਡ ਮੁਕਾਬਲੇ, ਸ਼ਸਤਰ ਵਿੱਦਿਆ ਦੇ ਮੁਕਾਬਲੇ, ਦਸਤਾਰ ਸਿਖਲਾਈ ਦੇ ਮੁਕਾਬਲੇ ਕਰਨਾ, ਤਾਂ ਕਰਕੇ ਜਿਹੜੇ ਸਿੱਖ ਦੇ ਵਿੱਚ ਉਹ ਵੀਰ ਰਸ ਕਾਇਮ ਰਵੇ। ਅੱਜ ਵੀ ਤੁਸੀਂ ਜਦੋਂ ਸ੍ਰੀ ਅਨੰਦਪੁਰ ਸਾਹਿਬ ਜਾਓ ਹੋਲੇ ਮਹੱਲੇ ਤੇ, ਤੁਸੀਂ ਦੇਖੋਗੇ ਕਿ ਉਹ ਜਾਹੂ ਜਲਾਲ ਸੱਚੇ ਪਾਤਸ਼ਾਹ ਜੀ ਦਾ ਅੱਜ ਵੀ ਬਰਕਰਾਰ ਹੈ। ਅੱਜ ਵੀ ਗੁਰੂ ਕੇ ਸਿੱਖ ਜਿਹੜੇ ਉੱਥੇ ਜਾਂਦੇ ਆ ਤਿਆਰ ਬਰ ਤਿਆਰ ਹੋ ਕਰਕੇ, ਸ਼ਸਤਰਧਾਰੀ ਹੋ ਕਰਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਮਾਨਣ ਵਾਸਤੇ। ਇੱਥੋਂ ਤੱਕ ਸਾਡੇ ਪੁਰਾਤਨ ਗ੍ਰੰਥਾਂ ਵਿੱਚੋਂ ਜ਼ਿਕਰ ਮਿਲਦਾ ਕਿ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜਦੋਂ ਵੀ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਆਵੇਗਾ, ਅਸੀਂ ਇੱਥੇ ਜ਼ਰੂਰ ਆਵਾਂਗੇ। ਸੱਚੇ ਪਾਤਸ਼ਾਹ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਤੇ ਦਰਸ਼ਨ ਦਿੰਦੇ ਹੈ ਸੰਗਤਾਂ ਨੂੰ। ਜਦੋਂ ਸੰਗਤ ਜਾ ਕੇ ਦਰਸ਼ਨ ਮੰਗਦੀ ਹੈ, ਲੋਚਦੀ ਹੈ ਸੱਚੇ ਪਾਤਸ਼ਾਹ ਦੇ। ਤੇ ਪਿਆਰਿਓ, ਇਹ ਉਹ ਪਾਵਨ ਪਵਿੱਤਰ ਦਿਹਾੜਾ ਹੈ ਜਿੱਥੇ ਸਿੱਖ ਦੀ ਹੋਂਦ ਨਿਸ਼ਚਿਤ ਕੀਤੀ ਗਈ ਹੈ। ਉੱਥੇ ਸਿੱਖ ਨੂੰ ਮਹਾਰਾਜ ਨੇ ਤਾਕੀਦ ਕੀਤੀ ਕਿ ਸਿੱਖ ਆਪਣਾ ਜੰਗੀ ਅਭਿਆਸ ਕਦੇ ਨਾ ਭੁੱਲੇ। ਇਹ ਨਾ ਸੋਚੇ ਕਿ ਅਸੀਂ ਚਲੋ ਹੁਣ let's say we are in pseudo democracy and we say ਕਿ ਹਾਂਜੀ ਵੀ ਹੁਣ ਸ਼ਸਤਰਾਂ ਦੀ ਕੀ ਲੋੜ ਹੈ ਨਾ, ਹੁਣ ਬਾਣੀ ਦੀ ਕੀ ਲੋੜ ਹੈ, ਜਾਂ ਹੁਣ ਬਾਕੀ ਚੀਜ਼ਾਂ ਦੀ ਕੀ ਲੋੜ ਹੈ। ਨਹੀਂ ਪਿਆਰਿਓ, ਇਹ ਗੁਰੂ ਕੇ ਬਚਨ ਨੇ ਤੇ ਗੁਰੂ ਕੇ ਬਚਨ ਸਦੀਵ ਕਾਲ ਵਾਸਤੇ ਅਟਲ ਹੁੰਦੇ। ਜੋ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ ਉਹਨੂੰ ਸਿੱਖ ਇਨ ਬਿਨ ਕਰਕੇ ਮੰਨ ਲਵੇ, ਇਹੀ ਇਹਦੇ ਵਿੱਚ ਹੀ ਸਿੱਖ ਦਾ ਭਲਾ ਹੈ। ਤੇ ਸਿੱਖ ਆਪਣੇ ਆਪ ਤਿਆਰ ਬਰ ਤਿਆਰ ਹੋਵੇ, ਗੱਤਕਾ ਸਿੱਖੇ, ਸ਼ਸਤਰ ਵਿੱਦਿਆ ਸਿੱਖੇ ਤੇ ਗੁਰੂ ਕੇ ਬਾਣੇ ਤੇ ਬਾਣੀ ਦਾ ਧਾਰਨੀ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਸਮਾਂ ਸਮਾਪਤ ਹੋ ਗਿਆ ਹੈ। ਆਪ ਜੀ ਤੇ ਜੇਕਰ ਸਮਾਂ ਹੈ ਤੇ ਕੋਈ ਸਵਾਲ ਅਸੀਂ ਲੈ ਸਕਦੇ। ਆਪ ਜੀ ਸਾਰਿਆਂ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਤੇ ਅਸੀਂ ਸਾਰੇ ਆਪ ਜੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਪਣੇ ਘਰ ਵਿੱਚ ਸ਼ਸਤਰ ਜ਼ਰੂਰ ਰੱਖਿਆ ਕਰੋ। ਜਿੱਥੇ ਕਿਤੇ ਅਸੀਂ ਪੋਥੀਆਂ ਰੱਖਦੇ ਹਾਂ, ਅਸੀਂ ਸੈਂਚੀ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ, ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸੇਵਾ ਕਰਦੇ ਹਾਂ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਸ਼ਸਤਰ ਜ਼ਰੂਰ ਰੱਖਿਆ ਕਰੋ, ਕਿਉਂਕਿ ਇਹ ਭੀੜ ਪੈਣ ਵਾਸਤੇ ਇਹਨਾਂ ਨੇ ਹੀ ਸਹਾਈ ਹੋਣਾ ਹੈ। ਇਸੇ ਕਾਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵੀ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਜਾਂਦਾ। ਤੁਸੀਂ ਜੇ ਦੱਖਣ ਵੱਲ ਜਾਓ, ਸ੍ਰੀ ਹਜ਼ੂਰ ਸਾਹਿਬ ਜਾਂ ਹੈਦਰਾਬਾਦ, ਇਹਨਾਂ ਥਾਵਾਂ ਤੇ ਜਾਓ ਤੇ ਇੱਕ ਇੱਕ ਸਿੰਘ ਦੇ ਘਰ ਇੱਕ ਇੱਕ ਸਿੰਘ ਦੇ ਕੋਲ ਪਰਸਨਲ ਤੌਰ ਤੇ 20 ਸ਼ਸਤਰ ਨੇ। ਪਰ ਸਾਡੇ ਕੋਲ ਅਸੀਂ 4 ਇੰਚ ਦੀ ਸ੍ਰੀ ਸਾਹਿਬ ਪਾਈ ਤੇ ਅਸੀਂ ਕਹਿੰਦੇ ਹਾਂ ਵੀ ਅਸੀਂ ਸ਼ਸਤਰਧਾਰੀ ਹਾਂ। ਨਹੀਂ ਪਿਆਰਿਓ, ਪੁਰਾਣੇ ਸਮੇਂ 3 ਫੁੱਟ ਦੀ ਕਿਰਪਾਨ ਸਿੱਖ ਵਾਸਤੇ ਲਾਜ਼ਮੀ ਸੀ। ਤੇ ਅਸੀਂ ਚਲੋ 3 ਫੁੱਟ ਜੇ ਨਹੀਂ ਸਜਾਉਣੀ, ਘੱਟੋ ਘੱਟ 1 ਫੁੱਟ ਦੀ ਤੇ ਸਜਾਈਏ ਨਾ। ਜੇਕਰ ਉਹ ਵੀ ਅਸੀਂ ਨਹੀਂ ਸਜਾ ਸਕਦੇ, ਜੇ 12 ਇੰਚ 9 ਇੰਚ ਦੀ ਸਜਾਈਏ, ਤਾਂ ਵੀ ਘੱਟੋ ਘੱਟ ਆਪਣੇ ਕੋਲ ਸ਼ਸਤਰ ਰੱਖੀਏ। ਜਦੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਵੇ ਤੇ ਉਹਨਾਂ ਨੂੰ ਵਰਤੀਏ, ਵਰਤਣ ਦੀ ਜਾਚ ਸਿੱਖੀਏ। ਜਦੋਂ ਲੋੜ ਪਵੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਬਚਾਉਣ ਵਾਸਤੇ, ਕਿਸੇ ਦੀ ਇੱਜ਼ਤ ਆਬਰੂ, ਕਿਸੇ ਦੀ ਪੱਤ ਬਚਾਉਣ ਵਾਸਤੇ, ਸਿੱਖ ਜੇ ਉੱਥੇ ਖਲੋਤਾ ਉਹਦੇ ਕੋਲ ਸ਼ਸਤਰ ਹੈ ਪਰ ਉਹਨੂੰ ਚਲਾਉਣਾ ਨਹੀਂ ਆਉਂਦਾ, ਫਿਰ ਇਹਦਾ ਕੀ ਕਾਰਨ ਹੈ? ਸਾਡਾ ਤੇ ਜਨਮ ਹੀ ਗੁਰੂ ਸਾਹਿਬ ਜੀ ਨੇ ਖੰਡੇ ਦੀ ਧਾਰ ਵਿੱਚੋਂ ਕੀਤਾ। ਤੇ ਜੇ ਅਸੀਂ ਆਪਣਾ ਮੂਲ ਹੀ ਭੁੱਲ ਜਾਵਾਂਗੇ ਤੇ ਅਸੀਂ ਕਹੀਏ ਚਲੋ ਬਾਣੀ ਪੜ੍ਹੀ ਚਲੋ, ਵੀ ਸ਼ਸਤਰਾਂ ਦੀ ਕੀ ਲੋੜ ਹੈ। ਨਹੀਂ ਪਿਆਰਿਓ, ਇਹ ਸ਼ਸਤਰ ਜਿਹੜੇ ਆ, ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਇੱਕ ਓਂਕਾਰ
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ। ਇਹ ਭਗੌਤੀ ਜੀ ਕੌਣ ਹੈ? ਇਹ ਭਗੌਤੀ ਸ਼ਸਤਰਾਂ ਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਤੇ ਇਹ ਸ਼ਸਤਰ ਭਗੌਤੀ ਅਸਤਰ ਜਿਹੜਾ ਸ਼ਸਤਰ ਹੈ, ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸਾਨੂੰ ਪ੍ਰਾਪਤ ਹੋਇਆ ਨਾ। ਇਸ ਕਾਰਨ ਵਾਸਤੇ ਸਿੱਖ ਸਦੀਵ ਕਾਲ ਵਾਸਤੇ ਜਦੋਂ ਵੀ ਆਪਣੀ ਅਰਦਾਸ ਕਰੇਗਾ, ਪਹਿਲਾਂ ਸ਼ਸਤਰਾਂ ਨੂੰ ਨਮਨ ਕਰੇਗਾ। ਸੋ ਸ਼ਸਤਰ ਸਾਡੇ ਸਰੀਰ ਦਾ ਅੰਗ ਨੇ, ਇਹਨਾਂ ਨੂੰ ਭੁੱਲਣਾ ਨਹੀਂ, ਤੇ ਇਹਨਾਂ ਨੂੰ ਸਦੀਵ ਆਪਣਾ ਅੰਗ ਜਾਣ ਕੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਪਾਤਰ ਬਣਨਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਜੇ ਕੈਮਰੇ ਦਾ ਫੋਕਸ ਵੀਰ ਜੀ ਵੱਲ ਹੀ ਰੱਖਿਆ ਹੈ। ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ 5-7 ਮਿੰਟ ਵਾਸਤੇ, ਸੇ ਮੈਕਸ 10 ਮਿੰਟ ਵਾਸਤੇ ਸਾਡੇ ਮਨ ਦਾ ਕੋਈ ਵਿਚਾਰ ਹੋਏ, ਸਾਡੇ ਮਨ ਦੀ ਕੋਈ ਦੁਵਿਧਾ ਹੋਏ। ਮੈਂ ਕਦੀ ਵੀਰ ਜੀ ਨੂੰ ਰਿਕੁਐਸਟ ਨਹੀਂ ਕੀਤੀ, ਬਟ ਉਹਨਾਂ ਨੇ ਆਪ ਕਿਹਾ, ਗੁਰੂ ਸਾਹਿਬ ਨੇ ਆਪ ਕਹਿਲਵਾਇਆ ਹੈ। ਸੋ ਕਿਸੇ ਵੀ ਸੰਗਤ ਦੇ ਮਨ ਦੀ ਕੋਈ ਦੁਵਿਧਾ, ਕੋਈ ਵਿਚਾਰ, ਕੋਈ ਕਲੈਰਿਟੀ ਕੋਈ ਚਾਹੁੰਦਾ ਹੋਏ, ਪਲੀਜ਼ ਹੈਂਡ ਰੇਜ਼ ਕਰੋ ਤੇ ਆਪਾਂ ਵੀਰ ਜੀ ਤੋਂ ਪੁੱਛ ਸਕਦੇ ਹਾਂ ਜੀ। ਸੋ ਅਤੀ ਧੰਨਵਾਦ ਜੀ ਵੀਰ ਜੀ ਦਾ। ਐਂਡ ਆਈ ਐਮ ਸ਼ੋਰ ਵੀਰ ਜੀ ਇਹ ਜਿਹੜੇ ਹਾਂ ਤ੍ਰਿਪਤ ਆਂਟੀ ਕੁਝ ਪੁੱਛਣਾ ਚਾਹੁੰਦੇ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਸ਼ਸਤਰ ਵਿਦਿਆ ਵੀ ਹੁੰਦੀ ਹੈ, ਸਭ ਕੁਝ ਹੁੰਦਾ, ਪਰ ਅੱਜ ਕੱਲ ਜਿਹੜਾ ਇਹ ਰੰਗ ਲਗਾਉਣ ਲੱਗ ਗਏ ਨੇ, ਇਸ ਦਾ ਕੀ ਮਤਲਬ? ਵਾਹਿਗੁਰੂ, ਦੇਖੋ ਆਪਾਂ ਇਸ ਬਿਰਤੀ ਨੂੰ ਜਾਣੀਏ ਨਾ ਕਿ ਰੰਗ ਮਾੜੇ ਨਹੀਂ ਹਨ, ਜਾਂ ਆਪਾਂ ਇਹਨੂੰ ਵਿਪਰ ਨਾਲ ਨਾ ਸੋਚ ਕੇ ਜੋੜ ਕੇ ਦੇਖੀਏ ਕਿ ਹਰ ਚੀਜ਼ ਵਿਪਰਵਾਦੀ ਹੈ, ਹਰ ਚੀਜ਼ ਕਿਸੇ ਹੋਰ ਧਰਮ ਤੋਂ ਲਈ ਹੋਈ ਹੈ ਨਾ। ਰੰਗ ਮਾੜੇ ਨਹੀਂ ਹਨ। ਇਹਨਾਂ ਰੰਗਾਂ ਨੂੰ ਜੇਕਰ ਕੋਈ ਲਾ ਰਿਹਾ ਹੈ ਤੇ ਗੁਰੂ ਤੋਂ ਵਿਪਰੀਤ ਨਹੀਂ ਜਾ ਰਿਹਾ। ਸਿਰਫ ਗੱਲ ਇਹ ਆ ਕਿ ਉਸ ਨੂੰ ਤੁਸੀਂ ਕਿਸ ਰੂਪ ਵਿੱਚ ਦੇਖਦੇ ਹੋ। ਜੇਕਰ ਕੋਈ ਵੀ ਕਾਰਜ ਕੀਤਾ ਜਾਂਦਾ ਤੇ ਉਸ ਕਾਰਜ ਵਿੱਚ ਇੱਕ ਪ੍ਰਗਟਾਵਾ ਹੈ ਭਾਵਨਾ ਦਾ, ਤੇ ਉਸ ਭਾਵਨਾ ਦੇ ਅਧੀਨ ਕੀਤਾ ਹੋਇਆ ਕਾਰਜ ਠੀਕ ਹੈ। ਪਰ ਜਿਹੜਾ ਆਪਾਂ ਆਮੂਮਨ ਤੌਰ ਤੇ ਦੇਖਦੇ ਨਾ, ਜੋ ਭਾਵ ਗਵਾ ਕਰਕੇ, ਜਦੋਂ ਭਾਵ ਗਵਾ ਜਾਂਦਾ, ਫਿਰ ਜੋ ਰਹਿ ਜਾਂਦਾ ਉਹ ਕਰਮ ਕਾਂਡ ਹੋ ਜਾਂਦੇ। ਜਦੋਂ ਸਿੱਖ ਉੱਥੇ ਜਾ ਕੇ ਕੋਈ ਭਾਵਨਾ ਦੇ ਵਿੱਚ ਕੋਈ ਲਾ ਦਿੰਦਾ, ਇਹਦੇ ਵਿੱਚ ਆਪਾਂ ਬਿਲਕੁਲ ਮਾਰਨ ਵਾਸਤੇ ਨਾ ਭੱਜੀਏ ਕਿ ਨਹੀਂ ਆ ਤੂੰ ਗਲਤ ਕੰਮ ਕੀਤਾ। ਹਾਂ, ਉਹ ਕੋਈ ਵੀ ਕਿਸੇ ਰੂਪ ਵਿੱਚ ਕੋਈ ਵੀ ਕਾਰਜ ਕਰ ਸਕਦਾ ਹੈ, ਅਮੂਮਨ ਤੌਰ ਤੇ ਵੀ ਚਲੋ ਕੀਤਾ ਜਾ ਸਕਦਾ, ਪਰ ਇਹਦੇ ਵਿੱਚ ਕੋਈ, ਇਹਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਠੀਕ ਹੈਗਾ, ਇਹਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਗੁਰਸਿੱਖੀ ਤੋਂ ਵਿਪਰੀਤ ਹੈਗਾ। ਏਦਾਂ ਜਾਣੀ।